ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ 328 ਸਰੂਪਾਂ ਦੀ ਗੱਲ ਕੀਤੀ ਗਈ ਸੀ ਕਿ 328 ਸਰੂਪਾਂ ਦਾ ਅਸੀਂ ਇਨਸਾਫ ਦੇਵਾਂਗੇ। ਬੜੀਆਂ ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਸੀਗੀਆਂ ਕਿ ਅਸੀਂ बहुत कुछ सफाई सामने लैके आवांगे, बड़ा कुछ करांगे, परंतु अफसोस कीता कुछ नहीं हैगा। शाहां दा क्या सिर मत्थे परनाला उत्थे दा उत्थे ही है। वाहिगुरू जी का खालसा, वाहिगुरू जी की फतेह। गुरु प्यारे खालसा जी, अज आपां बाइबल मोर्चे दे उत्तों विशेष संगतां नाल सांझ पाउण वास्ते लाइव हो रहे हैं। ਜਿਹੜਾ ਅੱਜ ਦਾ ਮੁੱਦਾ ਵਾ, ਤੁਸੀਂ ਸਾਰੇ ਭਲੀ ਭਾਂਤ ਜਾਣਦੇ ਆ ਕਿ ਅੱਜ ਦਾ ਮੁੱਦਾ ਕੀ ਹੈ। ਅੱਜ ਦਾ ਮੁੱਦਾ ਹੈਗਾ 328 ਸਰੂਪਾਂ ਦੇ ਬਾਬਤ ਜਿਹੜੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ। ਜਿਹੜੇ ਪਿਛਲੇ ਲੰਮੇ ਦਿਨਾਂ ਤੋਂ ਇਹ ਗੱਲਾਂ ਕਰਦੇ ਸੀਗੇ, ਸੁਣਨ ਚਾਹੁੰਦਾ ਸੀ ਕਿ ਅਸੀਂ ਬਹੁਤ ਸੁਚੱਜੇ ਢੰਗ ਦੇ ਨਾਲ ਤੇ ਬਹੁਤ ਪਾਰਦਰਸ਼ੀ ਤਰੀਕੇ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਾਵਾਂਗੇ, ਪਰੰਤੂ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹੀ ਸਾਹਮਣੇ ਆਈ ਆ ਕਿ ਉਸ ਸਾਰੀ ਜਿਹੜੀ ਕਹਾਣੀ ਘੜੀ ਗਈ ਆ, ਜਿਹੜਾ ਉਹ ਸਾਰਾ ਕੁਝ ਦਿਖਾਇਆ ਗਿਆ ਆ, ਉਹਦੇ ਵਿੱਚ ਇਹੀ ਗੱਲ ਆ ਕਿ ਸਿਰਫ ਤੇ ਸਿਰਫ ਆਪਣਿਆਂ ਨੂੰ ਬਚਾਇਆ ਗਿਆ। ਆਪਾਂ ਫੇਰ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾਉਣੇ ਆ ਕਿ ਜਿਹੜਾ ਆਪਣਾ ਅੱਜ ਲਾਈਵ ਹੋਣ ਦਾ ਮਿਸ਼ਨ ਆ, ਵਿਸ਼ਾ ਆ, ਉਹ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ 328 ਸਰੂਪਾਂ ਦੀ ਗੱਲ ਕੀਤੀ ਗਈ ਸੀ ਕਿ 328 ਸਰੂਪਾਂ ਦਾ ਅਸੀਂ ਇਨਸਾਫ ਦੇਵਾਂਗੇ। ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਸੀਗੀਆਂ ਕਿ ਅਸੀਂ ਬਹੁਤ ਕੁਝ ਸਫਾਈ ਸਾਹਮਣੇ ਲੈ ਕੇ ਆਵਾਂਗੇ, ਬੜਾ ਕੁਝ ਕਰਾਂਗੇ, ਪਰੰਤੂ ਅਫਸੋਸ ਕੀਤਾ ਕੁਝ ਨਹੀਂ ਹੈਗਾ। ਸ਼ਾਹਾਂ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅੱਜ ਅਸੀਂ ਜਿਹੜੀ ਗੱਲ ਲਈ ਬਾਈਬਲ ਮੋਰਚੇ ਤੇ ਬੈਠੇ ਹੋਏ ਆ, ਇਹਨੂੰ 7.5 ਸਾਲ ਹੋ ਗਏ ਆ। ਸਰਕਾਰਾਂ ਬਦਲੀ ਜਾਂਦੀਆਂ, ਸਮਾਂ ਬਦਲੀ ਜਾਂਦਾ, ਸਰਕਾਰ ਕਦੇ ਕੋਈ ਆਉਂਦੀ ਆ, ਕਦੇ ਕੋਈ ਆਉਂਦੀ ਆ, ਪਰ ਗੱਲ ਉੱਥੇ ਦੀ ਉੱਥੇ ਹੀ ਹੈ। ਕਿਉਂ ਵੱਡੇ ਮਗਰਮੱਛ ਬਚਾਏ ਜਾਂਦੇ ਆ। ਹੁਣ ਜਿਹੜੀ ਗੱਲ 328 ਸਰੂਪ ਦੀ ਹੈਗੀ ਆ, 328 ਸਰੂਪ ਦਾ ਮਸਲਾ ਆਇਆ ਕਿਵੇਂ, ਇਹ ਮਸਲਾ ਬਾਹਰ ਕਿੱਦਾਂ ਨਿਕਲਿਆ, ਇਹ ਮਸਲਾ ਕੱਢਿਆ ਕਿਹਨੇ, ਇਹ ਮਸਲਾ ਹੈ ਕੀ ਸੀ, ਇਹ ਮਸਲਾ ਸੰਗਤਾਂ ਤੱਕ ਪਹੁੰਚਿਆ ਕਿਵੇਂ, ਇਹ ਗੱਲ ਵਿਚਾਰ ਮੰਗਦੀ ਆ, ਗੱਲ ਧਿਆਨ ਮੰਗਦੀ ਆ। ਪਰੰਤੂ ਅਸਲ ਤੱਥ ਵੱਲ ਕੋਈ ਜਾਣਾ ਹੀ ਨਹੀਂ ਚਾਹੁੰਦਾ, ਅਸਲ ਤੱਥ ਵੱਲ ਕੋਈ ਧਿਆਨ ਦਿੰਦਾ ਹੀ ਨਹੀਂ ਹੈਗਾ, ਅਸਲ ਤੱਥ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਅਸਲ ਗੱਲ ਹੋਈ ਕੀ ਸੀ? ਬੇਅਦਬੀਆਂ ਦੇ ਦੌਰ ਚੱਲੇ 2015 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਬੁਰਜ ਜਵਾਹਰ ਸਿੰਘ ਵਾਲੇ ਤੋਂ। ਪੋਸਟਰ ਲੱਗ ਜਾਂਦੇ ਆ ਵੀ ਸਾਡਾ ਗੁਰੂ ਤੁਹਾਡੇ ਕੋਲ ਆ, ਲੱਭ ਸਕਦੇ ਆ ਤੇ ਲੱਭ ਲਓ। ਇਹ ਕਿੰਨੀ ਵੱਡੀ ਗੱਲ ਸੀ। ਸਰਕਾਰ ਕਿਹਨਾਂ ਦੀ ਸੀ? ਜਿਹੜੇ ਪੰਥਕ ਕਹਾਉਂਦੇ ਸੀ। ਚੈਲੰਜ ਕਰਕੇ ਗੁਰੂ ਸਾਹਿਬ ਦੇ ਅੰਗ ਖਿਲਾਰ ਦਿੱਤੇ ਜਾਂਦੇ ਆ ਗਲੀਆਂ ਨਾਲੀਆਂ 'ਚ। ਉਹ ਦੋਸ਼ੀ ਫੜ ਨਹੀਂ ਹੁੰਦੇ, ਮੱਲ ਕੇ ਬੇਅਦਬੀ ਹੋ ਜਾਂਦੀ ਆ, ਭਗਤੇ ਬੇਅਦਬੀ ਹੋ ਜਾਂਦੀ ਆ, ਥਾਵਾਂ ਤੇ ਬੇਅਦਬੀ ਹੋ ਜਾਂਦੀ ਆ। ਜਦੋਂ ਥਾਵਾਂ ਤੇ ਬੇਅਦਬੀ ਹੋ ਜਾਂਦੀ ਆ ਤੇ ਫੇਰ ਉਹਨਾਂ ਦਿਨਾਂ ਵਿੱਚ ਹੁਣ ਸਾਰੇ ਕਹਿਣਗੇ ਤੇ ਗੱਲ ਸਾਨੂੰ ਯਾਦ ਹੋਈ ਪਈ ਆ, ਬਾਬੇ ਦਾ ਦਿਮਾਗ ਖਰਾਬ ਹੋ ਗਿਆ, ਇਹ ਗੱਲਾਂ ਯਾਦ ਕਰਾਈ ਜਾਂਦਾ। ਮੈਂ ਤੁਹਾਨੂੰ ਲੈ ਜਾਣਾ ਚਾਹੁੰਦਾ 328 ਸਰੂਪ ਦੀ ਅਸਲ ਕਹਾਣੀ ਕਿਵੇਂ ਪੈਦਾ ਕਿਵੇਂ ਹੋਈ ਆ ਗੱਲ। ਜਦੋਂ 2015 ਚ ਇਧਰ ਬੇਅਦਬੀਆਂ ਦਾ ਦੌਰ ਚੱਲਦਾ ਸੀ ਤੇ ਹੈਰਾਨਗੀ ਦੀ ਗੱਲ ਆ, ਗੁਰਦੁਆਰਾ ਰਾਮਸਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਪਾਈ ਹੁੰਦੀ ਹੈ, ਉਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਐਡੇ ਵੱਡੇ ਪ੍ਰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਸਥਾਨ ਦੇ ਉੱਤੇ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰ ਜਾਂਦੀ।
देखो छोटे प्रबंध विच गुरुद्वारा साहब किते इदां दी गल हो जाए, सर्कट शार्ट हो जाए जां कुछ होर हो जाए ते आपां मन्नीए, मन्निया जा सकदा कि प्रबंधां दी घाट है, कमी है। उत्थे हरल हरल करदे फिरदे आ लगाड़े, कड़ाह खाणियां फौजां। जे किसी दा सिर किते बीबी दी चुन्नी लै जाए, वैसे तो सिर नंगा करके गुरुद्वारे नहीं जाना, हड्ड तोड़न तक जांदे आ। ते जे चंगे चौधरदार उत्थे आ जाण ते उन्हां नूं पकौड़ियां नाल चाहां पिआउंदे आ। मेरे कहण तो भाव गुरु घर दी गोलक तो पढ़न वाले अपने आप नूं सेवादार कहाउण वाले उत्थे तुरे फिरदे आ, परंतु गुरु ग्रंथ साहब जी दे गुरु ग्रंथ साहब भवन जिहड़ा गुरुद्वारा रामसर साहब बनया होया, उत्थे अग दी घटना वापर जानी छोटी गल है किते? अच्छा, वो अग दी घटना वापर गई, परंतु उहनूं दबा लिया गया, सिख संगतां तक पहुंचण नहीं दिता गया। कोशिश की गई, परंतु लोकल जथेबंदियां उत्थे पहुंचियां, उन्होंने जाके देखा, अंदर नहीं वड़न दिता गया। फटाफट काली दे नाल श्री गुरु ग्रंथ साहब महाराज जी दे अध जले अंग, अध जले स्वरूप बोरियां विच पा के फटाफट तत्त फड़त करके, जदों कोई जिवें किसी बंदे को गलती हो जाती उन्होंने छुपाउण वास्ते, ते फटाफट श्री गोंदवाल साहब नूं लैके तुर पे। जदों गोंदवाल साहब पहुंचदे आ ते उत्थे एक रजिस्टर लगा हुंदा, ਉਹਦੇ ਵਿੱਚ नोट करना ਹੁੰਦਾ ਆ कि किन्ने ਸਰੂਪ, किन्ने अंग, किन्ने गुटका साहब, किन्नियां तस्वीरां, किन्ने चौर साहब, की समान गुरु ग्रंथ साहब ਦੇ ਨਾਲ ਆਇਆ ਤੇ किन्ने ਸਰੂਪ ਆਏ ਆ, किन्नियां पोथियां आईयां। ਉੱਥੇ ਇਹ ਨੋਟ नहीं ਕੀਤਾ ਗਿਆ। ਧਾਮੀ ਸਾਹਿਬ ਤੁਸੀਂ ਕਹਿੰਦੇ ਬੇਅਦਬੀ नहीं ਹੋਈ, ਅਸੀਂ ਕਹਿੰਦੇ ਬੇਅਦਬੀ ਹੋਈ है। 2015 ਵਿੱਚ ਲਗਭਗ 80 ਦੇ ਕਰੀਬ ਦੱਸੇ ਜਾਂਦੇ ਨੇ ਮਹਾਰਾਜ ਦੇ ਸਰੂਪ। ਤੁਸੀਂ ਉਦੋਂ 5 ਕਿਹਾ ਸੀ, ਕਦੇ 14 ਕਿਹਾ ਸੀਗਾ। ਚਲੋ ਫੇਰ ਵੀ ਤੁਹਾਡੀ ਵਾਲੀ ਜੇ ਗਿਣਤੀ ਮੰਨ ਲਈਏ ਤੇ ਉਹ ਬੇਅਦਬੀ ਨਹੀਂ ਸੀਗੀ। ਉਸ ਗੱਲ ਦੇ, ਉਸ ਬੇਅਦਬੀ ਦੇ ਪਬਲਿਸ਼ ਹੋਣ ਤੋਂ ਬਾਅਦ ਸ਼ੰਕੇ ਖੜੇ ਹੋਏ ਕਿ ਐਡੇ ਵੱਡੇ ਪਾਕ ਪਵਿੱਤਰ ਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਭਵਨ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਪਾਈ ਹੁੰਦੀ ਹੈ, ਬਾਈਂਡਿੰਗ ਹੁੰਦੀ ਹੈ, ਲਿਖਾਈ, ਸਾਰਾ ਕੁਝ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ 1430 ਅੰਗ ਦਾ ਸਰੂਪ ਤਿਆਰ ਕੀਤਾ ਜਾਂਦਾ ਆ। ਉੱਥੇ ਐਡੀ ਵੱਡੀ ਨਗੇਲੀ, ਉਹਨੂੰ ਨਗੇਲੀ ਸ਼ਬਦ ਦਿਓਗੇ, ਹੁਣ ਉਹਨੂੰ ਬੇਅਦਬੀ ਨਹੀਂ ਕਹੋਗੇ। ਜਿਹੜਾ ਬੋਰਿਆਂ ਵਿੱਚ ਮਹਾਰਾਜ ਦੇ ਸਰੂਪ ਪਾ ਕੇ ਲਗਾਏ, ਉੱਥੇ ਜਾ ਕੇ ਨੋਟ ਵੀ ਨਹੀਂ ਕੀਤਾ ਕਿੰਨੇ ਸਰੂਪਾਂ ਦਾ ਸੰਸਕਾਰ ਕੀਤਾ, ਕਿਸੇ ਨੂੰ ਦੱਸਿਆ ਨਹੀਂ। ਫਿਰ ਜਦੋਂ ਇਹ ਸਿੱਖ ਸੰਗਤਾਂ ਦੇ ਹਿਰਦਿਆਂ ਦੇ ਉੱਤੇ ਲੱਗੀ, ਇਹ ਚੋਟ ਲੱਗੀ, ਹਿਰਦੇ ਵਲੂੰਦਰੇ ਗਏ, ਫਿਰ ਸਿੱਖ ਸੰਗਤਾਂ ਕੁਰਲਾਈਆਂ ਤੇ ਇਹ ਗੱਲ ਜਿਹੜੀ ਅਕਾਲ ਤਖਤ ਸਾਹਿਬ ਤੱਕ ਪਹੁੰਚਦੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਇੱਕ ਜਾਂਚ ਪੜਤਾਲ ਟੀਮ ਬਣਾਉਂਦੇ ਆ, ਟੀਮ ਉਹ ਐਡਵੋਕੇਟ ਈਸ਼ਰ ਸਿੰਘ ਹੁਣਾਂ ਦੀ ਅਗਵਾਈ ਵਿੱਚ ਬਣਦੀ, ਉਹਨਾਂ ਦੀ ਸੁਪਰਵਿਜ਼ਨ 'ਚ ਬਣਦੀ ਆ। ਜਦੋਂ ਉਹ ਟੀਮ ਆਪਣਾ ਕੰਮ ਕਰਦੀ ਹੈ ਤੇ ਗੱਲ ਨਿਕਲ ਕੇ ਆਉਂਦੀ ਆ ਵੀ 328 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਰਿਕਾਰਡ ਵਿੱਚੋਂ ਗਾਇਬ ਹਨ। ਹੁਣ ਕਹਿੰਦੇ ਜੀ ਇਹ ਤਾਂ ਪਬਲਿਸ਼ ਵਿਭਾਗ ਇੰਗਲਿਸ਼ ਦੇ ਸ਼ਬਦ ਬੋਲਦੇ ਆ, ਛਾਪੇਖਾਨਾ ਪੰਜਾਬੀ 'ਚ ਛਾਪੇਖਾਨੇ ਦੀ ਗਲਤੀ ਆ ਜੀ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪੇਖਾਨੇ 'ਚ ਛਾਪੇ ਜ਼ਰੂਰ ਜਾਂਦੇ ਆ, ਪਰ ਜਦੋਂ 1430 ਅੰਗ ਦਾ ਸਰੂਪ ਤਿਆਰ ਹੋ ਜਾਂਦਾ ਉਹਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ। ਤੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਪ੍ਰਬੰਧ ਵਿੱਚੋਂ, ਰਿਕਾਰਡ ਵਿੱਚੋਂ ਗਾਇਬ ਹੋ ਜਾਣ, ਕੀ ਇਹ ਬੇਅਦਬੀ ਨਹੀਂ ਹੈ? ਕਿਹਨੂੰ ਬੇਅਦਬੀ ਮੰਨਦੇ ਹੋ ਧਾਮੀ ਸਾਹਿਬ? ਤੁਸੀਂ ਕੱਲੀ ਉਹੀ ਬੇਅਦਬੀ ਮੰਨਦੇ ਹੋ ਕਿ ਪੀੜਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਟ ਦਿੱਤਾ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰ ਦਿੱਤੇ ਜਾਣ, ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲ ਦਿੱਤਾ ਜਾਵੇ, ਕਿ ਇਹੀ ਬੇਅਦਬੀ ਆ? ਕਿ ਗੁਰੂ ਗ੍ਰੰਥ ਸਾਹਿਬ ਦੇ ਜੇ ਕੋਈ ਤੁਹੀਨਾਂ ਪਿਛਲੇ ਦਿਨੀ ਜਿਹੜੀਆਂ ਤੁਹੀਨ ਕੀਤੀਆਂ ਆ, ਤੂੜੀ 'ਚ ਦੇਤਾ, ਕਿਤੇ ਨਹਿਰ 'ਚ ਸੜਦਾ, ਕਿ ਉਹਨੂੰ ਬੇਅਦਬੀ ਮੰਨਦੇ ਹੋ? ਕਿ ਛਾਪਾਖਾਨਾ ਜਾਂ ਪਬਲਿਸ਼ ਵਿਭਾਗ ਦੀ ਗੱਲ ਕਰਕੇ ਖਹਿੜਾ ਛਡਾ ਲੋਗੇ? ਇੱਦਾਂ ਨਹੀਂ ਖਹਿੜਾ ਛੁੱਟਣਾ। ਹੁਣ ਤੁਹਾਡੀ ਗੱਲ ਤੇ ਆਵਾਂ, ਤੁਹਾਡੀ ਅੱਜ ਦੀ ਗੱਲ ਦਾ ਜਵਾਬ ਦਈਏ। ਜੇ ਤੁਸੀਂ ਕਿਹਾ ਕਿ ਇਹ ਨਲਾਇਕੀ ਆ, ਇਹ ਪੈਸਿਆਂ ਦਾ ਹੇਰ ਫੇਰ ਆ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਸੰਗਤਾਂ ਨੇ ਤੁਹਾਨੂੰ ਤੁਹਾਡੇ ਤੇ ਬਣਾਇਆ ਦਵਾ, ਤੁਹਾਡੇ ਜਥੇਦਾਰ ਨੇ। ਹੁਣ ਕਈਆਂ ਨੂੰ ਇਹ ਤਕਲੀਫ ਹੋਊਗੀ ਕਿ ਤੁਹਾਡਾ ਜਥੇਦਾਰ ਕਿਉਂ? ਕਿਉਂਕਿ ਉਹ ਕੌਮ ਦੇ ਜਥੇਦਾਰ ਹੈ ਹੀ ਨਹੀਂ। ਤੁਸੀਂ ਉਹਨੂੰ ਲਾਉਂਦੇ ਹੋ, ਤੁਸੀਂ ਉਹਨਾਂ ਨੂੰ ਬਣਾਉਂਦੇ ਹੋ, ਤੁਸੀਂ ਉਹਨਾਂ ਨੂੰ ਭਾਉਂਦੇ ਹੋ।
ਤੁਹਾਡਾ ਜਥੇਦਾਰ, ਤੁਹਾਡੇ ਜਥੇਦਾਰ ਨੇ ਬਣਾਈ ਟੀਮ ਤੇ ਉਸ ਟੀਮ ਨੇ ਇਹ ਸਕੈਮ ਕੱਢਿਆ 328 ਸਰੂਪ ਵਾਲਾ। ਇਹ ਸੰਗਤਾਂ ਦੇ ਸਾਹਮਣੇ ਆਇਆ। ਅੱਛਾ, ਜਿੱਦਣ ਇਹ ਆ ਗਿਆ ਤੇ ਤੁਹਾਡੀ ਪੋਸਟ ਦੇ ਉੱਤੇ ਤੁਹਾਡਾ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹਨੇ ਕੀ ਸਟੇਟਮੈਂਟ ਦਿੱਤੀ ਸੀ ਵੀ ਜਿਹਨਾਂ ਬੰਦਿਆਂ ਨੇ ਇਹ ਮਹਾਨ ਵਾਹਿਗੁਰੂ ਜਿਹੜੀ ਇਹ ਬੱਜਰ ਜਿਹੜੀ ਇਹ ਮਹਾਨ ਜਿਹੜਾ ਇਹ ਇੱਕ ਘਿਨਾਉਣੀ ਹਰਕਤ ਕੀਤੀ ਆ, ਸੌਰੀ ਮੇਰੇ ਕੋਲ ਸ਼ਬਦ ਠੀਕ ਨਹੀਂ ਸੀ ਆ ਰਿਹਾ, ਘਿਨਾਉਣੀ ਹਰਕਤ ਕੀਤੀ ਆ, ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਆ, ਉਹਨਾਂ ਲੋਕਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਦਰਜ ਕੀਤੇ ਜਾਣਗੇ। ਧਾਮੀ ਸਾਹਿਬ, ਤੁਹਾਡੀ ਯਾਦਾਸ਼ਤ ਠੀਕ ਆ? ਮੈਂ ਤੁਹਾਨੂੰ ਬੇਨਤੀ ਕਰਕੇ ਪੁੱਛਣਾ ਚਾਹੁੰਦਾ, ਤੁਹਾਡੀ ਯਾਦਾਸ਼ਤ ਠੀਕ ਆ? ਤੁਹਾਨੂੰ ਯਾਦ ਹੋਊਗਾ ਤੁਹਾਡੀ ਸੀਟ ਤੋਂ ਪਹਿਲਾਂ ਰਹਿ ਚੁੱਕੇ ਪ੍ਰਧਾਨ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਬੰਦਿਆਂ ਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ, ਗੁਰੂ ਸਾਹਿਬ ਵਾਲੀ ਜਿਹੜੀ ਇਹ ਮਿਸਿੰਗ ਹੋਣ ਵਾਲੀ ਰਿਕਾਰਡ ਵਿੱਚੋਂ ਸਤਿਗੁਰੂ ਦੇ ਸਰੂਪ ਗਾਇਬ ਹੋਣ ਵਾਲੀ ਮੰਦਭਾਗੀ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਜਾਂ ਅੰਜਾਮ ਦਿੱਤਾ, ਉਹਨਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਭਾਵ ਕਿ ਭਾਰਤੀ ਦੰਡਵਲੀ ਦੇ ਕਾਨੂੰਨ ਤਹਿਤ ਜਿਹੜੀਆਂ ਧਾਰਾਵਾਂ ਤਹਿਤ ਪਰਚਾ 295A ਦਾ ਹੋ ਸਕਦਾ, ਚੋਰੀ ਦੇ ਮਾਮਲੇ 'ਚ 379 ਦਾ ਹੋ ਸਕਦਾ, ਹਾਂਜੀ, ਸਾਜ਼ਿਸ਼ 120 ਵੀ ਹੋ ਸਕਦੀ ਆ। ਭਾਵ ਕਿ ਭਾਰਤੀ ਦੰਡਵਲ ਦੀਆਂ ਜਿਹੜੀਆਂ ਧਾਰਾਵਾਂ ਹੈ ਉਹਦੇ ਤਹਿਤ ਪਰਚਾ ਦਰਜ ਹੋਊਗਾ। ਕੀਤਾ? ਫਿਰ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਤੁਹਾਡੇ ਆਕਾਵਾਂ ਦੀ ਘੁਰਕੀ ਵੱਜ ਗਈ। 8 ਦਿਨੀ ਬਾਅਦ 8-7 ਦਿਨਾਂ ਬਾਅਦ ਹੀ ਤੁਹਾਡਾ ਗੋਬਿੰਦ ਸਿੰਘ ਲੌਂਗੋਵਾਲ ਪੂਛ ਚੱਡਿਆਂ 'ਚ ਲੈ ਗਿਆ, ਮੁੱਕਰ ਗਿਆ ਆਪਦੇ ਬਿਆਨ ਤੋਂ, ਥੁੱਕ ਕੇ ਚੱਟ ਗਿਆ। ਕਹਿੰਦਾ ਖਾਲਸਾ ਸક્ષਮ ਹੈ, ਸ਼੍ਰੋਮਣੀ ਕਮੇਟੀ ਆਪ ਕਾਰਵਾਈ ਕਰੂਗੀ, ਮਿਸਾਲੀ ਸਜ਼ਾ ਦਊਗੀ। ਅੱਛਾ ਜੀ, ਕਿਹੜੀ ਮਿਸਾਲੀ ਸਜ਼ਾ ਦਿਓਗੇ? ਨਹੀਂ ਦੇ ਹੋਈ। 20 ਦੀ ਗੱਲ, 21 ਵੀ ਗਿਆ, 22 ਵੀ ਗਿਆ, ਸਜ਼ਾ ਨਹੀਂ ਦੇ ਸਕੇ, ਤੁਸੀਂ ਜੁਰਮਾਨਾ ਪਾ ਦਿੱਤਾ। ਜੁਰਮਾਨਾ, ਮੇਰਾ ਖਿਆਲ ਜੇ ਮੈਂ ਭੁੱਲਦਾ ਨਾ ਹੋਵਾਂ, ਤੁਸੀਂ 15 ਲੱਖ ਪਹਿਲਾਂ ਗੱਲ ਕੀਤੀ ਸੀ ਕਿ 15 ਲੱਖ ਦਾ ਘਪਲਾ, ਕੱਲ ਤੁਸੀਂ 9 ਲੱਖ ਦਾ ਘਪਲਾ ਕਹੀ ਜਾਂਦੇ ਹੋ। ਫਿਗਰਾਂ ਠੀਕ ਕਰ ਲਓ। ਭਾਵ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੈਸਿਆਂ 'ਚ ਹੀ ਪੈਸਿਆਂ ਦਾ ਘਪਲਾ ਦਿਖਾ ਕੇ ਗੱਲ ਮੁਕਾਉਣੀ ਚਾਹੁੰਦੇ ਆ। ਅੱਛਾ, ਹੁਣ ਤੁਸੀਂ ਕਹਿੰਦੇ ਹੋ ਕਿ 328 ਸਰੂਪ ਕਿਤੇ ਨਹੀਂ ਗਏ। ਅੱਛਾ, ਤੁਸੀਂ ਸਾਡੇ ਪ੍ਰਧਾਨ ਹੋ, ਹੈ ਨਾ, ਸ਼੍ਰੋਮਣੀ ਕਮੇਟੀ ਸਰਮੋਰ ਸੰਸਥਾ ਦੇ ਪ੍ਰਧਾਨ ਹੋ। ਚਲੋ ਤੁਹਾਡੀ ਗੱਲ ਮੰਨ ਲਈਏ ਵੀ ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਗਏ, ਦੱਸੋ ਨਹੀਂ ਗਏ ਕਿਤੇ। ਅੱਛਾ, ਤੁਹਾਡੇ ਪ੍ਰਬੰਧ ਵਿੱਚੋਂ ਇੱਕ ਸਾਬਣ ਦੀ ਟਿੱਕੀ ਕਿਸੇ ਨੇ ਲੈਣੀ ਹੋਵੇ, ਸਾਬਣ ਦੀ ਟਿੱਕੀ, ਤੇ ਉਹ ਰਿਕਾਰਡ ਵਿੱਚ ਲਿਖੀ ਜਾਂਦੀ ਆ, ਰਿਕਾਰਡ ਵਿੱਚ, ਹਾਂਜੀ, ਕਿਸੇ ਨੇ ਕੋਈ ਗੱਡੀਆਂ ਤੁਹਾਡੀਆਂ ਚੱਲਦੀਆਂ ਨੇ, ਤੇਲ ਪਵਾਇਆ ਜਾਂਦਾ, ਕੱਲਾ ਕੱਲਾ ਲੇਜ਼ਰ ਤੇ ਚੜ੍ਹਦੀ ਆ ਗੱਲ ਵੀ ਕਿੱਥੇ ਕੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਸਰੂਪਾਂ ਦੀ ਮੰਗ ਸੀ, ਕਿੰਨੇ ਸਰੂਪ ਛਾਪੇ, ਕਿੰਨੇ ਤਿਆਰ ਹੋ ਕੇ ਰਿਕਾਰਡ ਵਿੱਚ ਗਏ, ਕਿੰਨੇ ਸੰਗਤਾਂ ਦੀ ਮੰਗ ਤੇ ਤੁਸੀਂ ਸੰਗਤਾਂ ਨੂੰ ਦਿੱਤੇ। ਹੁਣ ਤੁਸੀਂ ਇਹ ਬੜਾ ਉੱਥੇ ਲੱਛੇਦਾਰ ਭਾਸ਼ਣ ਕੀਤਾ, ਇੰਨੇ ਲੋਕ ਛਾਪਕ ਨੇ, ਇੰਨੇ ਲੋਕ ਰੀਡਿੰਗ ਕਰਦੇ ਨੇ, ਪੜ੍ਹਾਈ ਕਰਦੇ ਨੇ, ਇੰਨੇ ਅੰਗਾਂ ਦੀ ਸੋਧ ਸਦਾਈ ਕਰਦੇ ਨੇ, ਆ ਜਲਦ ਬੰਨੀ ਜਾਂਦੀ ਹੈ। ਇਹ ਸਾਨੂੰ ਪਤਾ ਹੈ, ਸਾਰੀਆਂ ਸੰਗਤਾਂ ਨੂੰ ਪਤਾ ਵੀ ਇਦਾਂ ਹੀ ਹੁੰਦਾ। ਅਸੀਂ ਪੁੱਛਦੇ ਹਾਂ, ਮੈਂ ਤੁਹਾਡੇ ਸ਼ਬਦਾਂ 'ਚ ਹੀ ਪੁੱਛਦਾ ਵੀ ਜਿੱਥੇ ਗੁਰਦੁਆਰਾ ਸਾਹਿਬ ਬਣਨਾ ਹੁੰਦਾ, ਧਿਆਨ ਨਾਲ ਸੁਣ ਲਿਓ, ਜਿੱਥੇ ਗੁਰਦੁਆਰਾ ਸਾਹਿਬ ਬਣਨਾ ਹੁੰਦਾ, ਜਿੱਥੇ ਪ੍ਰਕਾਸ਼ ਹੋਣਾ ਹੁੰਦਾ, ਉੱਥੋਂ ਦੇ ਪਿੰਡ ਦਾ ਨੰਬਰਦਾਰ, ਉੱਥੋਂ ਦੇ ਪਿੰਡ ਦਾ ਸਰਪੰਚ, ਮੈਂਬਰ, ਤਿੰਨਾਂ ਵਿੱਚੋਂ 2 ਹਸਤੀਆਂ ਦੇ ਤੁਸੀਂ ਸਾਈਨ ਲੈਂਦੇ ਹੋ ਜਾਂ ਨਹੀਂ ਲੈਂਦੇ ਹੋ। ਸੰਗਤਾਂ ਸੁਣਨ ਵਾਲੀਆਂ ਜਿਨ੍ਹਾਂ ਨੇ ਪ੍ਰਕਾਸ਼ ਕਰਾਏ ਆ, ਨਵੇਂ ਸਰੂਪ ਮਹਾਰਾਜ ਦੇ ਲਿਆ ਕੇ ਜਾਂ ਨਵੇਂ ਸਰੂਪ ਲਿਆਂਦੇ ਆ, ਜੇ ਮੈਂ ਝੂਠ ਹੋਵਾਂ ਮੈਨੂੰ ਜਦੋਂ ਮਰਜ਼ੀ ਨੀਵੇਂ ਸੰਭਾਲਿਓ, ਜੇ ਮੈਂ ਝੂਠ ਬੋਲਾਂ। ਇਦਾਂ ਹੀ ਹੁੰਦਾ। ਅੱਛਾ, ਉਸ ਤੋਂ ਬਾਅਦ ਸਰਪੰਚ ਪੰਚ ਦੀ ਸਹਿਮਤੀ ਤੋਂ ਬਾਅਦ ਪਿੰਡ ਦੇ ਕੁਝ ਸੱਜਣ ਤੁਹਾਡੇ ਹਲਕਾ ਮੈਂਬਰ ਕੋਲ ਜਾਂਦੇ ਆ ਜਾਂ ਨਹੀਂ ਜਾਂਦੇ, ਦੱਸਿਓ। ਇਦਾਂ ਹੀ ਹੁੰਦਾ ਜੀ, ਜਿੰਨਾ ਮੈਨੂੰ ਪਤਾ ਇਦਾਂ ਹੀ ਹੁੰਦਾ। ਸੱਚ ਇਹ ਹੈ, ਇਦਾਂ ਹੀ ਹੁੰਦਾ ਹੈ। ਤੇ ਦੂਜੇ ਬੰਨੇ ਫਿਰ ਤੁਹਾਡਾ ਪ੍ਰਚਾਰਕ ਆਉਂਦਾ, ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਜਾਂਦਾ ਵੀ ਇੱਥੇ ਪ੍ਰਕਾਸ਼ ਹੋ ਸਕਦਾ, ਇੱਥੇ ਨਹੀਂ ਹੋ ਸਕਦਾ। ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਹੋ ਗਿਆ। ਫਿਰ ਤੁਹਾਡਾ
ਜਿਹੜਾ ਵੱਡਾ ਪ੍ਰਬੰਧ ਗੁਰਦੁਆਰਾ ਜਿਹਨੂੰ ਤੁਸੀਂ ਅੰਗਰੇਜ਼ੀ ਦਾ ਸ਼ਬਦ ਵਸਦੇ ਹੋ ਹੈੱਡ ਆਫਿਸ, ਹੈੱਡ ਦਫ਼ਤਰ ਕਹਿੰਦੇ ਹੋ, ਜਿਵੇਂ ਸਾਡੇ ਲਾਗੇ ਬੇਰ ਸਾਹਿਬ ਆ, ਮਾਲਵੇ 'ਚ ਇੱਧਰ ਸ਼੍ਰੀ ਮੁਕਤਸਰ ਸਾਹਿਬ ਆ, ਦਮਦਮਾ ਸਾਹਿਬ ਆ, ਉਧਰਲੇ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਆ, ਹੁਸ਼ਿਆਰਪੁਰ ਵਾਲੇ ਪਾਸੇ ਧਾਮੀ ਸਾਹਿਬ, ਤੁਹਾਡੇ ਵਾਲੇ ਪਾਸੇ ਗਰਨਾ ਸਾਹਿਬ ਆ। ਕਿਉਂਕਿ ਇਹ ਤਾਂ ਸਾਡੇ ਧਿਆਨ 'ਚ ਹੈਗੀਆਂ ਗੱਲਾਂ ਕਿ ਅਸੀਂ ਇਸ ਫੀਲਡ ਵਿੱਚ ਵਿਚਰਦੇ ਹਾਂ, ਸਾਡਾ ਤੁਹਾਡੇ ਸਾਰੇ ਸਿਸਟਮ ਨਾਲ ਵਾਹ ਪੈਂਦਾ। ਹੁਣ ਪ੍ਰਚਾਰਕ ਨੇ ਦੇਖ ਲਿਆ, ਐਪਲੀਕੇਸ਼ਨ ਤੇ ਸਾਈਨ ਕੀਤੇ, ਮੈਂਬਰ ਪੰਚਾਇਤ ਤੇ ਸਰਪੰਚ ਨੇ ਮੰਗ ਕੀਤੀ, ਸੰਗਤਾਂ ਦੇ ਜਿਹੜੀਆਂ ਸੰਗਤਾਂ ਨੇ ਪ੍ਰਕਾਸ਼ ਕਰਾਉਣਾ ਉਹਨਾਂ ਦੇ ਸਾਈਨ ਹੋਏ, ਪ੍ਰਚਾਰਕ ਦੇ ਹੋਏ, ਸਰਪੰਚ ਦੇ ਹੋਏ, ਮੈਂਬਰ ਦੇ ਹੋਏ ਜਾਂ ਨੰਬਰਦਾਰ ਦੇ ਹੋਏ, ਫਿਰ ਤੁਹਾਡੇ SGPC ਮੈਂਬਰ ਦੇ ਹੋਏ, ਤੁਹਾਡੇ ਹੈੱਡ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਸਾਈਨ ਹੋਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਏ। ਹੁਣ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਤੁਸੀਂ ਦਿਓਗੇ ਕਿ ਉਹ ਜਿਹੜੀ ਸਲਿੱਪ ਮੰਗ ਵਾਲੀ ਸਲਿੱਪ ਵੀ ਸਾਡੇ ਪ੍ਰਕਾਸ਼, ਉਹ 328 ਸਰੂਪਾਂ ਦੀਆਂ 328 ਸਲਿੱਪਾਂ ਜਨਤਕ ਕਰ ਸਕਦੇ ਹੋ? ਉਹ ਕਿਉਂਕਿ ਜਿਹੜੇ ਸਰੂਪ ਜਿਹੜੇ ਨੰਬਰ ਦਾ ਸਰੂਪ ਲੜੀ ਨੰਬਰ ਚੋਂ ਗਾਇਬ ਹੈ, ਉਸੇ ਲੜੀ ਦੇ ਸਰੂਪਾਂ ਦੀਆਂ ਤੁਹਾਡੇ ਕੋਲ ਮੈਚਿੰਗ ਲੈਣੀ ਆ, ਉਹਨਾਂ ਡੇਟਾਂ ਦੀ ਮੈਚਿੰਗ ਲੈਣੀ ਆ, ਉਹਨਾਂ ਲੋਕਾਂ ਦੇ ਮੋਬਾਈਲ ਨੰਬਰ ਵੀ ਉੱਤੇ ਲਿਖੇ ਹੋਣਗੇ, ਤੇ ਫਿਰ ਉਹ ਸਥਾਨ ਵੀ ਲਿਖਿਆ ਹੋਊਗਾ। ਤੁਸੀਂ ਹੁਣ ਗੱਲ ਗੋਲ ਕੀਤੀ ਨਾ, ਰਾਜਸਥਾਨ ਚਲੇ ਜਾਂਦੇ ਆ, ਗੰਗਾ ਨਗਰ ਚਲੇ ਜਾਂਦੇ ਆ। ਗੰਗਾ ਨਗਰ ਕੋਈ ਬਲੈਕ ਨਹੀਂ ਹੈ, ਕਾਲੇ ਪਾਣੀ ਨਹੀਂ ਹੈ, ਰਾਜਸਥਾਨ ਕਾਲੇ ਪਾਣੀ ਦਾ ਏਰੀਆ ਨਹੀਂ ਹੈਗਾ। ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਉੱਥੇ ਹਾਊਸ ਨੰਬਰ ਵੀ ਹੈ, ਉਹਨਾਂ ਦਾ ਜ਼ਿਲ੍ਹਾ ਵੀ ਹੈ, ਉਹਨਾਂ ਦੀ ਤਹਿਸੀਲ ਵੀ ਹੈ, ਉਹਨਾਂ ਦਾ ਡਾਕਖਾਨਾ ਵੀ ਹੈ, ਉੱਥੇ ਵੀ ਮੁਖੀਆ ਹੈ, ਨੰਬਰਦਾਰ ਹੈ, ਸਰਪੰਚ ਆ, ਸ਼੍ਰੋਮਣੀ ਕਮੇਟੀ ਮੈਂਬਰ ਆ, ਸਾਰਾ ਕੁਝ ਹੈ ਨਾ। ਇਦੋਂ ਬਾਹਰ ਤਾਂ ਨਹੀਂ। ਲਿਆਓ ਕਿੱਥੇ ਆ, ਦਿਖਾਓ ਕਿੱਥੇ ਆ, ਹੈ ਕੋਈ ਜਵਾਬ? ਹਾਂ, ਹੁਣ ਸੰਗਤਾਂ ਦਾ ਸਵਾਲ ਹੋਊਗਾ ਵੀ ਇਹ ਸਰੂਪ ਗਏ ਕਿੱਥੇ? ਹਾਂਜੀ, ਇਹ ਸਰੂਪ ਧਾਮੀ ਜੀ ਤੁਹਾਡੇ ਅਕਾਵਾਂ ਨੇ ਉੱਥੇ ਦਿੱਤੇ ਆ ਜਿੱਥੇ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਕਹਿੰਦੀ ਰਾਮ ਰਾਈਏ, ਧੀਰ ਮੱਲੀਏ, ਸਿਰ ਗੁੰਮ, ਪਨਿਆਰੇ ਵਾਲੇ, ਨੂਰ ਮਹਿਲੀਏ, ਸਰਸੇ ਵਾਲੇ, ਜਿਨ੍ਹਾਂ ਨੂੰ ਤੁਸੀਂ ਮਾਫੀ ਦਿੱਤੀ ਸੀ, ਬਿਨ ਮੰਗਿਆ, ਤੇ 90 ਲੱਖ ਦਾ ਇਸ਼ਤਿਹਾਰ। ਧਾਮੀ ਜੀ ਸੱਚੀ ਇਦਾਂ ਹੀ ਹੋਇਆ ਸੀ? ਤੁਹਾਨੂੰ ਯਾਦ ਹੈ 90 ਲੱਖ ਦਾ ਇਸ਼ਤਿਹਾਰ ਬਿਨ ਮੰਗੀ ਮਾਫੀ ਦੀ ਐਡਵਰਟਾਈਜ਼ਮੈਂਟ ਤੇ ਤੁਸੀਂ ਦਿੱਤਾ ਸੀ, ਤੇ ਉਹੋ ਜਿਹੀ ਪ੍ਰਕਿਰਿਆ ਵਿੱਚੋਂ ਅੱਜ 328 ਸਰੂਪ ਵਾਲੇ ਮਾਮਲੇ ਨੂੰ ਗੋਲ ਕਰਨ ਦੀ ਗੱਲ ਕਰਦੇ ਹੋ ਤੁਸੀਂ? ਕਰਦੇ ਹੋ ਨਾ? ਅੱਛਾ, ਫਿਰ ਮੈਂ ਤੁਹਾਨੂੰ ਦੱਸਦਾ, ਇਹ ਤੁਸੀਂ ਆਪਣੇ ਜ਼ਾਰਾਂ ਦੀ ਯਾਰੀ ਪਗਾਉਣ ਵਾਸਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਨੁਸਾਰ, ਮਰਜ਼ਾਦਾ ਅਨੁਸਾਰ ਪ੍ਰਕਾਸ਼ ਨਹੀਂ ਹੋ ਸਕਦੇ, ਤੁਹਾਡਾ ਮੈਂਬਰ ਉੱਥੇ ਸਾਈਨ ਨਹੀਂ ਕਰ ਸਕਦਾ, ਪ੍ਰਚਾਰਕ ਆਗਿਆ ਨਹੀਂ ਦੇ ਸਕਦਾ, ਮੈਨੇਜਰ ਆਗਿਆ ਨਹੀਂ ਦੇ ਸਕਦਾ, ਉੱਥੇ ਫਿਰ ਤੁਹਾਡੇ ਆਕਾ, ਤੁਹਾਡੇ ਹਲਕੇ ਦਾ MLA, ਹਲਕਾ ਇੰਚਾਰਜ ਜਾਂ ਤੁਹਾਡੇ ਮੰਤਰੀ ਜਿਨ੍ਹਾਂ ਦੀ ਸਰਕਾਰ ਰਹੀ ਆ, ਉਹਨਾਂ ਦੇ ਕਹਿਣ ਤੇ ਸਰੂਪ ਦਿੱਤੇ। ਹੁਣ ਤੁਹਾਡਾ ਹਲਕਾ ਇੰਚਾਰਜ, ਤੁਹਾਡਾ MLA, ਤੁਹਾਡਾ ਜ਼ਿਲ੍ਹਾ ਜਥੇਦਾਰ ਜੇ ਕਲਰਕ ਨੂੰ ਮਾਰੇ ਦਬਕਾ ਦੇ ਸਰੂਪ, ਉਹ ਤਾਂ ਵਿਚਾਰਾ ਹੱਥ ਜੋੜ ਕੇ ਇੱਕ ਦੇ ਥਾਂ 4 ਦੇ ਦਿੰਦਾ, ਪਰ ਉਹ ਐਂਟਰੀ ਕਿੱਥੇ ਪਾਵੇਗਾ? ਹੁਣ ਜਿਹੜੀ ਤੁਸੀਂ ਧਾਰਾਵਾਂ ਤਹਿਤ ਪਰਚਾ ਨਹੀਂ ਦਰਜ ਕਰਦੇ, ਉਹ ਇੱਕੋ ਹੀ ਇੱਕ ਗੱਲ ਹੈ ਕਿ ਜਦੋਂ ਉਹਨਾਂ ਨੂੰ ਇਨਵੈਸਟੀਗੇਸ਼ਨ ਪੁਲਿਸ ਨੇ, ਕਿਉਂਕਿ ਸਾਡੇ ਕੋਲ ਪੰਜਾਬ ਪੁਲਿਸ ਜਾਂ ਪੁਲਿਸ ਹੀ ਹੈ ਨਾ ਸਾਡੇ ਦੇਸ਼ ਦੇ ਕਾਨੂੰਨ ਅਨੁਸਾਰ ਜਿਹੜੀ ਇਨਵੈਸਟੀਗੇਸ਼ਨ ਕਰ ਸਕਦੀ ਆ, ਜਾਂ ਸਾਨੂੰ ਦੇ ਦਿਓ, ਸਿੱਖ ਸੰਗਤਾਂ ਨੂੰ ਦੇ ਦਿਓ, ਅਸੀਂ ਤੁਹਾਨੂੰ ਚਿੱਠਾ ਬਾਹਰ ਕੱਢ ਕੇ ਲਿਆਉਣੇ ਆ, ਤੇ ਜਾਂ ਆ ਜਾਓ, ਫਿਰ ਅਸੀਂ ਵੀ ਬਹਿ ਜਾਂਦੇ ਆ, ਕੁੱਟਮਾਰ ਵੀ ਕੋਈ ਨਹੀਂ ਕਰਨੀ, ਲਿਖਤੀ ਸਵਾਲਾਂ ਦਾ ਜਵਾਬ ਤੁਹਾਡੇ ਕਲਰਕ, ਤੁਹਾਡੇ ਜਿਹੜੇ ਉਹ ਸਕੱਤਰ, ਤੁਹਾਡੇ ਕਰੰਦੇ ਲਿਖਤੀ ਸਵਾਲਾਂ ਦੇ ਜਵਾਬ ਦੇ ਦੇਣ, ਮੀਡੀਆ ਦੇ ਸਾਹਮਣੇ ਅਸੀਂ ਸਵਾਲ ਕਰਾਂਗੇ, ਉਹ ਜਵਾਬ ਦੇ ਦੇਣ, ਤੇ ਜੇ ਸੱਚ ਨਾ ਬਾਹਰ ਆ ਗਿਆ ਸਾਨੂੰ ਨੀਵੇਂ ਸਾਂ ਬਣਾ ਲਿਓ। ਤੁਸੀਂ ਇਹ ਕੰਮ ਨਹੀਂ ਕਰਨਾ। ਇਨਵੈਸਟੀਗੇਸ਼ਨ ਕਰਾ ਲਓ ਕਿਸੇ ਏਜੰਸੀ ਕੋਲੋਂ, ਪੀਪਲ ਕਮਿਸ਼ਨ ਬਣਾ ਕੇ ਕਰਾ ਲਓ ਇਨਵੈਸਟੀਗੇਸ਼ਨ। ਜੇ ਸੱਚ ਦੁੱਧ ਦਾ ਦੁੱਧ ਸਾਹਮਣੇ ਨਾ ਆ ਗਿਆ ਤੇ ਫੇਰ ਆਖਿਓ, ਪਰ ਤੁਸੀਂ ਕਰਾਉਣਾ ਨਹੀਂ। ਕਿਉਂ? ਜਦੋਂ ਇਨਵੈਸਟੀਗੇਸ਼ਨ ਹੋਈ ਤੇ ਜਿੱਥੇ ਜੜ ਕਿੱਥੇ ਆ? ਜੜ ਹੈ ਸਿਆਸੀ ਗੁਰਗਿਆਂ ਦੇ ਕੋਲ, ਜੜ ਹੈ ਸਿਆਸੀ ਅਕਾਵਾਂ ਦੇ ਕੋਲ,
ਸਿਆਸੀ ਅਕਾਵਾਂ ਨੂੰ ਬਚਾਉਣ ਵਾਸਤੇ ਤੁਸੀਂ ਮੰਡਾ ਡਾਲਦੇ ਹੋ। ਪਰੰਤੂ ਇਹ ਗੱਲ ਕਿਸੇ ਕੀਮਤ ਤੇ ਵੀ ਖਾਲਸਾ ਪੰਥ ਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕਦੀ। ਇਹ ਤੁਹਾਡੀ ਜਿਹੜੀ ਰਿਪੋਰਟ ਹੈਗੀ ਆ, ਇਹ ਕਿਸੇ ਨੇ ਪ੍ਰਵਾਨ ਨਹੀਂ ਕਰਨੀ। ਮੈਂ ਤੁਹਾਨੂੰ ਸਵਾਲ ਕਰ ਦਿੰਦਾ ਸਵਾਲ। ਵੈਸੇ ਤਾਂ ਮੈਂ ਕਈ ਕੁਛ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਬਈ ਜਿਹੜੇ ਤੁਹਾਡੇ ਵੱਲੋਂ ਕਿਹਾ ਗਿਆ ਕਿ ਸਰੂਪ ਗਵਾਚੇ ਨਹੀਂ ਹਨ, ਮੈਂ ਕਹਿੰਦਾ ਵੀ ਜੇ ਸਰੂਪ ਗਵਾਚੇ ਨਹੀਂ ਤੇ ਅਕਾਲ ਤਖਤ ਸਾਹਿਬ ਨੇ ਪੜਤਾਲੀਆ ਕਮੇਟੀ ਕਿਉਂ ਬਣਾਈ? ਜੇ ਗਵਾਚੇ ਨਹੀਂ ਪੜਤਾਲੀਆ ਕਮੇਟੀ ਕਿਉਂ? ਤੇ ਕੀ ਹੁਣ ਤੁਸੀਂ ਹਰਪ੍ਰੀਤ ਸਿੰਘ ਤੇ ਕਾਰਵਾਈ ਕਰੋਗੇ? ਆਪਦੇ ਜਥੇਦਾਰ ਤੇ ਐਡਵੋਕੇਟ ਈਸ਼ਰ ਸਿੰਘ ਤੇ ਕਾਰਵਾਈ ਕਰੋਗੇ ਜਿਹਨੇ ਗੁੰਮਰਾਹ ਕੀਤਾ? ਨੰਬਰ 2, ਕਿਸੇ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਚਾਰਕ, ਸਰਪੰਚ ਦੀ ਰਿਪੋਰਟ ਉੱਤੇ ਕਿਹੜੇ ਨਗਰ ਜਾਂ ਸ਼ਹਿਰ ਵਿੱਚ ਗਏ ਸਰੂਪ, ਇਹ ਤਰਤੀਬਵਾਰ ਸਾਹਮਣੇ ਲੈ ਕੇ ਆਉਂਗੇ। ਨੰਬਰ 3, ਤੁਸੀਂ ਕਿਹਾ ਬਦਬੀ ਨਹੀਂ ਕਿ ਹਾਜ਼ਰ ਨਾਜ਼ਰ ਗੁਰੂ ਦੇ ਸਰੂਪ ਨੂੰ ਅੱਧ ਜਾਲੇ ਅੰਗਾਂ ਨੂੰ ਸੰਗਤਾਂ ਦੇ ਵਿਰੋਧ ਦੇ ਡਰੋਂ ਬੋਰਿਆਂ ਵਿੱਚ ਪਾ ਕੇ ਸ੍ਰੀ ਗੋਇੰਦਵਾਲ ਸਾਹਿਬ ਲੈ ਜਾਣਾ ਬੇਅਦਬੀ ਨਹੀਂ ਹੈ। ਨੰਬਰ 4, ਵਧੀਕ ਅੰਗਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ਕੇ ਵਾਧੂ ਅੰਗਾਂ ਤੋਂ, ਹੁਣ ਜਿਵੇਂ ਜਿੱਥੇ ਛਾਪੇਖਾਨੇ ਵਿੱਚ ਕੁਝ ਅੰਗ ਬਚ ਜਾਂਦੇ ਨੇ, ਬਚੇ ਹੋਏ ਅੰਗਾਂ ਤੋਂ, ਬਚੇ ਹੋਏ ਅੰਗਾਂ ਨੂੰ ਮੈਂ ਵਧੀਕ ਅੰਗ ਸ਼ਬਦ ਵਰਤਿਆ ਵੀ ਵਧੇਕ ਅੰਗਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਵੇਚਣਾ ਬੇਅਦਬੀ ਨਹੀਂ। ਨੰਬਰ 5, ਕੀ ਤੁਸੀਂ ਜਨਤਕ ਕਰੋਗੇ ਕਿ 328 ਸਰੂਪ ਕਿਹੜੇ ਸਿਆਸੀ ਲੀਡਰਾਂ ਦੇ ਕਹਿਣ ਤੇ ਅਯੋਗ ਥਾਵਾਂ ਤੇ ਪ੍ਰਕਾਸ਼ਮਾਨ ਕਰਵਾਏ ਹਨ? ਇਹ ਸਵਾਲ ਤੁਹਾਡੇ ਵੱਲ ਨੂੰ ਮੂੰਹ ਅੱਡ ਕੇ ਖੜੇ ਆ, ਦਿਓ ਜਵਾਬ। ਕੀ ਡਰਦੇ ਕਿਉਂ? ਫਿਰ ਦੂਜੇ ਬੰਨੇ ਜਦੋਂ 2020 ਵਿੱਚ ਸੰਗਤਾਂ ਨੇ ਮੋਰਚੇ ਲਾਏ ਸੀਗੇ 4 ਸਤੰਬਰ ਤੋਂ 14 ਸਤੰਬਰ, 4 ਸਤੰਬਰ ਇੱਕ ਦਿਨ ਦਾ ਸੀਗਾ ਸੰਕੇਤਕ, 14 ਸਤੰਬਰ ਤੋਂ ਲਗਾਤਾਰ ਸੀ, ਤੁਸੀਂ ਕੁੱਟਮਾਰ ਕੀਤੀ, ਤੁਹਾਡੀ ਗੁੰਡਾ ਫੋਰਸ ਨੇ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ। ਜੇ ਤੁਹਾਡੇ ਉੱਥੇ 2 ਧੱਕੇ ਧੁੱਕੇ ਕਿਤੇ ਚੰਡੀਗੜ੍ਹ ਵੱਜ ਗਏ ਤੇ ਤੁਸੀਂ ਅਸਮਾਨ ਸਿਰ ਤੇ ਚੁੱਕਿਆ ਹੋਇਆ, ਉਹ ਗੁਰੂ ਕੇ ਸਿੱਖ ਨਹੀਂ ਸਨ? ਕਿ ਉਹਦੀ ਮਾਫੀ ਮੰਗੋਗੇ? ਕਿ ਉਹਦੀ ਭਰਪਾਈ ਕਰੋਗੇ? ਕੇਸਾਂ ਦੀ ਬੇਅਦਬੀ, ਕਕਾਰਾਂ ਦੀ ਬੇਅਦਬੀ ਕੀਤੀ, ਉਹਦਾ ਕੌਣ ਜ਼ਿੰਮੇਵਾਰ ਆ? ਫਿਰ ਤੁਸੀਂ ਇਹ ਜਵਾਬ ਲੈ ਕੇ ਆਓਗੇ ਸਿੱਖ ਸੰਗਤਾਂ ਦੇ ਸਾਹਮਣੇ? ਤੁਸੀਂ ਨਹੀਂ ਲਿਆ ਸਕਦੇ, ਤੁਹਾਡੇ 'ਚ ਹਿੰਮਤ ਨਹੀਂ ਹੈ, ਤੁਹਾਡੇ 'ਚ ਜੁਰਤ ਨਹੀਂ ਹੈ। ਪਰੰਤੂ ਸਿੱਖ ਹਿਰਦੇ ਸ਼ਾਂਤ ਨਹੀਂ ਹੋ ਸਕਦੇ ਤੁਹਾਡੀ ਇਸ ਲੇਪਾ ਪੋਚੀ ਨਾਲ। ਤੁਸੀਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕਰਦੇ ਹੋ। ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ, ਮੌਨ ਕਤ ਧਾਰੀ, ਜੇ ਧਰਮੀ ਆ ਤੇ ਬੋਲੋ। ਪਰੰਤੂ ਤੁਸੀਂ ਧਰਮ ਦਾ ਨਕਾਬ ਪਹਿਨਿਆ ਹੋਇਆ ਹੈ। ਸ਼ੇਰ ਦੇ ਉੱਤੇ ਖੋਤੇ ਦੀ ਖੱਲ ਵਾਲੀ ਗੱਲ ਬਣੀ ਖੜੀ ਹੈ। ਧਾਮੀ ਸਾਹਿਬ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਐਡਵੋਕੇਟ ਹੋ, ਪਰੰਤੂ ਜਿਹੜੀ ਤੁਸੀਂ ਅੱਜ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਇੱਕ ਵਾਰੀ ਫੇਰ ਤੋਂ ਸਿੱਖਾਂ ਦੇ ਹਿਰਦੇ ਸ਼ਾਂਤ ਨਹੀਂ, ਗਹਿਰੇ ਜ਼ਖਮੀ ਹੋਏ ਆ। ਸਿੱਖਾਂ ਦੇ ਹਿਰਦੇ ਗਹਿਰੇ ਜ਼ਖਮੀ ਨਾ ਕਰੋ, ਸਿੱਖਾਂ ਨੂੰ ਇਨਸਾਫ ਦਿਓ, ਪ੍ਰਵਾਸ ਦਿਓ। ਵਾਸਤਾ ਗੁਰੂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਸਿਆਸਤ ਕਰਨੀ ਬੰਦ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਸ ਕਰਦਾ ਵਾਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹੈਗੀਆਂ ਤੁਹਾਡੇ ਪ੍ਰਬੰਧ ਵਿੱਚ, ਉਹਦਾ ਇਨਸਾਫ ਦੇਣ ਦੀ ਖੇਚਲ ਕਰੋਗੇ। ਤੇ ਜੇ ਤੁਹਾਡੇ ਕੋਲ ਇਨਸਾਫ ਨਾ ਨਾ ਦੇਣ ਦਿੰਦੀ ਹੋਈ ਕੋਈ ਗੱਲ, ਤੇ ਆਪਦੇ ਅਹੁਦੇ ਨੂੰ ਛੱਡ ਕੇ ਅਸਤੀਫਾ ਦੇ ਕੇ ਘਰੇ ਚਲੇ ਜਾਓਗੇ। ਤੇ ਜੇ ਇਹ ਵੀ ਨਾ ਕੰਮ ਹੋਇਆ ਤੇ ਗੁਰੂ ਰਾਮਦਾਸ ਦੇ ਦਰ ਵੱਲ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆਪਣਾ ਮੁੱਖ ਕਰਕੇ ਤੇ ਆਪਣੇ ਹਿਰਦੇ ਅੰਦਰ ਝਾਤੀ ਮਾਰਿਓ ਕਿ ਕੀ ਤੁਸੀਂ ਜੋ ਅੱਜ ਕਿਹਾ, ਕੱਲ ਕਿਹਾ ਹੈ ਪ੍ਰੈਸ ਕਾਨਫਰੰਸ ਵਿੱਚ, ਉਹ ਸੱਚ ਹੈ ਜਾਂ ਜੋ ਸਿੱਖ ਸੰਗਤਾਂ ਦੇ ਸ਼ੰਕੇ ਹਨ, ਸਿੱਖ ਸੰਗਤਾਂ ਦੀ ਆਵਾਜ਼ ਹੈ, ਉਹ ਸੱਚ ਹੈ। ਸੋ ਆਸ ਕਰਦਾ ਵਾਂ ਕਿ ਤੁਸੀਂ ਸੁਣਨ ਵਾਲੇ ਇਹਨਾਂ ਲੋਕਾਂ ਨੂੰ, ਇਹ ਜਿਹੜੇ ਸਿਆਸੀ ਲੋਕਾਂ ਦੇ ਚੱਪਲੀ ਚੱਟ ਬਣ ਕੇ ਵਿਚਰ ਰਹੇ ਆ, ਧਰਮੀ ਬਣ ਕੇ ਨਹੀਂ ਵਿਚਰ ਰਹੇ, ਸਿਆਸੀ ਅਕਾਵਾਂ ਦੀ ਪੂਰਤੀ ਲਈ ਵਿਚਰ ਰਹੇ ਆ, ਉਹਨਾਂ ਲੋਕਾਂ ਨੂੰ ਆਪਾਂ ਮੂੰਹ ਨਾ ਲਾਈਏ। ਇਹ ਲੋਕ ਗੁਰੂ ਦੇ ਬੇਅਦਬੀਆਂ ਦੇ ਜ਼ਿੰਮੇਵਾਰ ਆ, 328 ਸਰੂਪਾਂ ਦਾ ਇਹ ਜ਼ਿੰਮੇਵਾਰ ਹੈਗੇ ਆ। ਉਲਟਾ ਜਿਹੜੇ ਦੂਸਰੇ ਬੰਨੇ 450 ਸਰੂਪ ਜਿਹੜੇ ਕੰਟੇਨਰ ਵਿੱਚ ਕੈਨੇਡਾ ਵਿੱਚ ਮਹਾਰਾਜ ਦੀ
ਉਹਨਾਂ ਦੀ ਬੇਅਦਬੀ ਹੋਈ, ਜਿਹੜੇ ਕੰਟੇਨਰ ਵਿੱਚ ਹੀ ਸਲਾਬੇ ਗਏ, ਜਿਹੜੇ ਪ੍ਰਕਾਸ਼ ਹੋਣ ਯੋਗ ਨਾ ਰਹੇ, ਜਿਹੜੀ ਅੱਤ ਦਰਜੇ ਦੀ ਨੀਵੀਂ ਸੋਚ ਵਾਲੇ ਲੋਕਾਂ ਨੇ ਉੱਥੇ ਰੀਬਨ ਕੱਟਣ ਜਾਣ ਤੋਂ ਕਰਕੇ, ਉਹਨਾਂ ਦੇ ਪਹੁੰਚਣ ਨਾ ਕਰਕੇ 450 ਸਰੂਪਾਂ ਦੀ ਜਿਹੜੀ ਬੇਅਦਬੀ ਹੋਈ, ਉਹਦਾ ਜ਼ਿੰਮੇਵਾਰ ਵੀ ਕੌਣ ਆ? ਉਹਦਾ ਜ਼ਿੰਮੇਵਾਰ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ। 328 ਸਰੂਪਾਂ ਦੇ ਗਾਇਬ ਹੋ ਜਾਣ ਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ। ਤੇ ਇਹ ਆਪਦੀ ਮਰਜ਼ੀ ਨਾਲ, ਤੁਹਾਡੀ ਮਰਜ਼ੀ ਨਾਲ ਕੀਤਾ ਹੋਇਆ ਡਿਸਾਈਡ ਨਹੀਂ ਹੋਊਗਾ ਕਿ ਆਹ ਬੇਅਦਬੀ ਹੈ ਤੇ ਆਹ ਨਹੀਂ ਹੈ। ਤੁਹਾਡੇ ਹਿਸਾਬ ਨਾਲ, ਜੇ ਤੁਹਾਡੇ ਹਿਸਾਬ ਨਾਲ ਚੱਲੀਏ ਤੁਹਾਨੂੰ ਤਾਂ ਬਰਗਾੜੀ ਵਾਲੀ ਬੇਅਦਬੀ ਵੀ ਨਹੀਂ ਲੱਗਦੀ, ਬਾਈਬਲ ਗੋਲੀकांड ਵੀ ਗੋਲੀकांड ਨਹੀਂ ਲੱਗਦਾ, ਕੋਟਕਪੂਰਾ ਗੋਲੀकांड ਵੀ ਗੋਲੀकांड ਨਹੀਂ ਲੱਗਦਾ, ਕਿਉਂਕਿ ਤੁਸੀਂ ਇੱਥੋਂ ਦੀ ਆਰਾਮ ਨਾਲ ਚਲੇ ਜਾਂਦੇ ਹੋ ਤੇ 7 ਸਾਲ ਤੋਂ ਆ ਰਹੇ ਹੋ, ਜਾ ਰਹੇ ਹੋ। ਤੁਹਾਡੇ ਵਿੱਚ ਜੁਰਤ ਨਹੀਂ, ਤੁਹਾਨੂੰ ਧਰਮ ਪਿਆਰਾ ਨਹੀਂ ਹੈ, ਧੜਾ ਪਿਆਰਾ ਹੋਇਆ ਹੈ। ਤੁਸੀਂ ਆਸ ਕਰਦਾ ਵਾਂ ਕਿ ਤੁਸੀਂ ਧਰਮ ਪਿਆਰਾ ਕਰੋਗੇ, ਧੜੇ ਤੋਂ ਬਾਹਰ ਨਿਕਲੋਗੇ। ਹੁਣ ਹੌਲੀ ਹੌਲੀ ਕੁਝ ਵੀਰ ਜਾਗ ਵੀ ਰਹੇ ਆ ਤੇ ਕੁਝ ਨੂੰ ਧੱਕੇ ਮਾਰ ਕੇ ਬਾਹਰ ਵੀ ਕੱਢਿਆ ਜਾ ਰਿਹਾ। ਜਿੱਦਣ ਤੁਹਾਡੀ ਲੋੜ ਹਟ ਗਈ, ਤੁਹਾਨੂੰ ਵੀ ਇਦਾਂ ਹੀ, ਕਿਉਂਕਿ ਲਿਆਉਂਦੇ ਹਾਥੀ ਤੇ ਬਿਠਾ ਕੇ ਆ ਤੇ ਤੋਰਦੇ ਰਕਸ਼ੇ ਤੇ ਬਿਠਾ ਕੇ ਹੁੰਦੇ ਆ। ਕਈ ਵਾਰ ਰਕਸ਼ਾ ਵੀ ਨਹੀਂ ਦਿੰਦੇ, ਪੈਦਲ ਜਾਣਾ ਪੈਂਦਾ। ਇਸ ਕਰਕੇ ਧਾਮੀ ਸਾਹਿਬ, ਚਾਪਲੂਸੀ ਤੋਂ ਬਾਹਰ ਆਓ ਤੇ ਸੱਚ ਦੇ ਉੱਤੇ ਖੜੋ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਕਰਕੇ ਆਪਾਂ ਸਜ਼ਾਵਾਂ ਦਿਵਾਈਏ, ਤਾਂ ਕਿ ਕੌਮ ਦੇ ਹਿਰਦਿਆਂ ਨੂੰ ਮਲਮ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।